ਸਪੋਜ਼ 6 ਇੰਸਟਾਲਮੈਂਟਸ ਦੇ ਵਿੱਚੋਂ ਵੀ ਕੋਈ ਇੰਸਟਾਲਮੈਂਟ ਨਹੀਂ ਦੇ ਸਕਿਆ ਜਾਂ ਕੋਈ ਪਹਿਲਾ ਏਰੀਅਰ ਪਿਆ, ਉਹਦੇ ਕਰਕੇ ਨਾ ਤਾਂ ਉਹਨੂੰ ਫਿਜ਼ੀਕਲ ਕਲਾਸ ਤੋਂ ਕੱਢਿਆ ਜਾਊਗਾ, ਨਾ ਆਨਲਾਈਨ ਕਲਾਸ ਤੋਂ ਕੱਢਿਆ ਜਾਊਗਾ, ਤੇ ਉਹਦਾ ਰਿਜ਼ਲਟ ਵੀ ਸ਼ੈਲ ਨਾਟ ਵਿਦਹੋਲਡ ਦੀ ਰਿਜ਼ਲਟ ਆਫ ਦੀ ਐਗਜ਼ਾਮੀਨੇਸ਼ਨ ਆਫ ਐਨੀ ਸਟੂਡੈਂਟ। ਪੇ ਕੁਝ ਵੀ ਨਹੀਂ ਕੀਤਾ। ਸਪੋਜ਼ ਜਿੱਥੋਂ ਤੱਕ ਮੈਨੂੰ ਉਮੀਦ ਹੈ ਇਹ ਗੱਲ ਜਿਹੜੀ ਹੈ ਫਾਈਨਲ ਜੱਜਮੈਂਟ 'ਚ ਜ਼ਿਆਦਾ ਕਲੀਅਰ ਹੋਏਗੀ। ਹੁਣ ਫੀ ਤਾਂ ਬਣਦੀ ਅਸਲ 'ਚ ਉਹ ਹੈ ਜਿਹੜੀ ਕਿ ਤੁਸੀਂ ਆਪਣੇ ਇਨਕਰ ਕੀਤੇ ਨੇ, ਜਿਹੜੇ ਐਕਸਪੈਂਡੀਚਰ ਕੀਤੇ ਨੇ ਇਨਕਰ। ਸਪੋਜ਼ ਹੁਣ ਤੁਸੀਂ ਮਤਲਬ ਸਕੂਲ ਫੀਸ ਦੇ ਵਿੱਚ ਨਾ ਇਨਫਰਾਸਟ੍ਰਕਚਰ ਜਿਹੜੇ ਚਾਰਜਸ ਨੇ ਜਾਂ ਡਿਵੈਲਪਮੈਂਟ ਚਾਰਜਸ, ਬਿਲਡਿੰਗ ਚਾਰਜਸ, ਸੈਨੀਟੇਸ਼ਨ, ਸਪੋਰਟਸ, ਕੰਪਿਊਟਰ, ਕਿਉਂਕਿ ਬੱਚਿਆਂ ਦੇ ਪੇਰੈਂਟਸ ਨੇ ਖੁਦ ਕਿੰਨਾ ਬਰਡਨ ਲਿਆ। ਇਹ ਨਹੀਂ ਕਿਹਾ ਵੀ ਪੇਰੈਂਟਸ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਫੀ ਪੇ ਕਰੋ। ਇਹਦਾ ਮਤਲਬ ਇਹ ਹੈ ਵੀ ਸਕੂਲ ਮੇ ਕਲੈਕਟ ਟਿਊਸ਼ਨ ਫੀ ਦੀ ਗੱਲ ਕਰੀਏ, ਨਾ ਟਿਊਸ਼ਨ ਫੀ ਨਾ ਕੋਈ ਹੋਰ ਫੀਸ ਦੀ ਗੱਲ ਕੀਤੀ ਹੈ ਜਿਹੜੀ ਕਿ ਪੁਰਾਣੀ ਚੱਲਦੀ ਆ ਰਹੀ ਸੀ। ਹੁਣ ਜਿਹੜੇ ਚਾਰਜਸ ਇਨਕਰ ਨਹੀਂ ਕੀਤੇ ਨਾ ਤੇ ਉਹ ਕਿਹਾ ਵੀ ਕਲੈਕਟ ਕਰ ਲਓ, ਕੱਲੀ ਗੱਲ ਕੀਤੀ ਹੈ ਫੀ ਦੀ। ਹੁਣ ਇਹ ਤਾਂ ਆਪਣੇ ਆਪ ਹੀ ਰੈਸ਼ਨਲੀ ਬਣਦਾ, ਜਿਹੜਾ ਮੈਂ ਕੋਈ ਸਰਵਿਸਿਜ਼ ਨਹੀਂ ਦਿੱਤੀਆਂ, ਜਿੱਥੋਂ ਤੱਕ ਮੇਰਾ ਓਪੀਨੀਅਨ ਹੈ, ਇਹ ਨਹੀਂ ਮੰਗਣਾ ਬਣਦਾ ਕੋਈ ਵੀ। ਹੁਣ ਪਹਿਲੀ ਵਾਰ ਕੋਈ ਦਿੱਕਤ ਆਈ ਸੀ, ਤੁਸੀਂ ਇੱਕ ਸਰਵਿਸ ਲਈਓ ਨਹੀਂ ਹੈ, ਤੁਸੀਂ ਆਪਣੇ ਘਰ 'ਚ ਬੈਠੇ ਹੋ, ਸਗੋਂ ਤੁਸੀਂ ਇਨਕਰ ਕੀਤਾ, ਚਾਹੇ ਉਹ ਗੈਜਟਸ ਨੇ, ਜੇ ਕਿਸੇ ਦੇ 2 ਜਾਂ 3 ਬੱਚੇ ਨੇ, ਇੱਕ ਤਾਂ ਬਿਜ਼ਨਸ ਸਟਾਪ ਹੋ ਗਿਆ, ਦੂਜੀ ਉਹਨੂੰ ਕਦੇ ਲੈਪਟਾਪ ਜਾਂ ਕੋਈ ਮਲਟੀਮੀਡੀਆ ਫੋਨ ਦੇ ਕੇ ਉਹਨੂੰ ਆਨਲਾਈਨ ਕਲਾਸ ਕਰਾਉਣਾ। ਸਾਡਾ ਕਿੱਡਾ ਨੈਟਵਰਕ ਅੱਛਾ ਹੈ ਕਿ ਆਨਲਾਈਨ ਫਲੂਐਂਟਲੀ ਲੈ ਸਕਦੇ ਸੀ। ਬੱਚਿਆਂ ਦੀਆਂ ਮਾਵਾਂ ਟੀਚਰ ਬਣ ਕੇ ਉਹਨਾਂ ਨੂੰ ਪੜ੍ਹਾਉਂਦੀਆਂ ਰਹੇ, ਇਹ ਨਹੀਂ ਵੀ ਟੀਚਰਾਂ ਨੇ ਮਿਹਨਤ ਨਹੀਂ ਕੀਤੀ। ਹੁਣ ਸਪੋਜ਼ ਲੋਕਡਾਊਨ ਦੁਬਾਰਾ ਲੱਗਦਾ, ਸਪੋਜ਼ ਲੋਕਡਾਊਨ ਤੋਂ ਬਾਅਦ ਨਵੀਆਂ ਡਾਇਰੈਕਸ਼ਨਸ ਸਕੂਲ ਵਾਸਤੇ ਆਉਂਦੀਆਂ, ਕਿਉਂਕਿ ਪਹਿਲੀਆਂ ਵਾਲੀਆਂ ਤਾਂ ਖਤਮ ਹੋ ਜਾਣੀਆਂ, ਜਾਂ ਕੋਈ ਸਕੂਲ ਨਹੀਂ ਖੁੱਲ੍ਹਦੇ, ਉਹਦਾ ਨਵਾਂ ਕਾਜ਼ ਹੋਊਗਾ। ਇੱਥੇ ਸਿਰਫ ਜਿਹੜਾ ਇਹ ਰਿਲੇਟਡ ਹੈ, ਇਹ ਅਰੇਂਜਮੈਂਟ ਵੀ ਜਿਹੜਾ ਕੀਤਾ ਗਿਆ, ਇਹ 20 ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਦੇ ਸੈਸ਼ਨ ਨੂੰ ਹੀ ਲਾਗੂ ਹੈ। ਜਿਹੜਾ ਮੇਰਾ LPA ਨੰਬਰ ਹੈ ਉਹ 409/2020 LPA 409/2020 ਹਾਈ ਕੋਰਟ ਦੀ ਸਾਈਟ ਤੇ ਵੀ ਆ ਜਾਣਾ ਇਹ ਆਰਡਰ। ਇਹ ਸੁਪਰੀਮ ਕੋਰਟ ਆਰਡਰ ਹੈ ਔਰ SLP ਨੰਬਰ ਹੈ, ਇਹ ਵਾਲਾ SLP ਨੰਬਰ ਹੈ। ਅਗਰ ਕੋਈ ਵੀ ਸੁਪਰੀਮ ਕੋਰਟ ਦੀ ਸਾਈਟ ਤੇ ਜਾ ਕੇ ਇਹਨੂੰ ਓਪਨ ਕਰੇਗਾ, 8/2/2020 ਵਾਲਾ ਆਰਡਰ ਹੈ ਇਹ ਆਰਡਰ ਉੱਥੇ ਜਦੀ ਡਾਊਨਲੋਡ ਹੋ ਜਾਣਾ। ਕੋਈ ਵੀ ਇਹਨੂੰ ਡਾਊਨਲੋਡ ਕਰ ਸਕਦਾ, ਕਿਸੇ ਤੇ ਕੁਝ, ਭਾਵੇਂ ਉਹ ਕੋਈ ਵੀ ਹੈ। ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨਿਤ ਕਪੂਰ। ਗੱਲਬਾਤ ਕਰ ਲੈਂਦੇ ਆ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਮਸਲੇ ਦੀ, ਕਿ ਪ੍ਰਾਈਵੇਟ ਸਕੂਲ ਜਿਹੜੀ ਫੀਸ ਲਗਾਤਾਰ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹਜੇ ਵੀ ਸੰਸ਼ਾ ਬਰਕਰਾਰ ਸੀ ਕਿ ਕਿਆ ਪੇਰੈਂਟਸ ਨੂੰ ਸਕੂਲ ਫੀ ਦੇਣੀ ਪਊਗੀ ਜਾਂ ਫਿਰ ਨਹੀਂ ਦੇਣੀ ਪਊਗੀ, ਕਿੰਨੀ ਸਕੂਲ ਫੀ ਦੇਣੀ ਪਊਗੀ, ਕਿਆ ਉਸ ਦੇ ਵਿੱਚ ਅਕੈਡਮਿਕ ਚਾਰजेस ਦੀ ਗੱਲ ਕਰੀਏ, ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਐਨੂਅਲ ਚਾਰजेस ਦੀ ਗੱਲ ਕਰੀਏ, ਕਿਆ ਉਹ ਫੀਸ ਵੀ ਦੇਣੀ ਪਊਗੀ। ਸੰਸ਼ਾ ਇਸ ਤੇ ਬਰਕਰਾਰ ਸੀ, ਸੁਪਰੀਮ ਕੋਰਟ ਦੇ ਵਿੱਚ ਮਾਮਲਾ ਸੀ ਔਰ ਹੁਣ ਇਸ ਦੇ ਵਿੱਚ ਇੱਕ ਆਰਡਰ ਆਏ ਨੇ। ਹਾਲਾਂਕਿ ਇੰਟਰਮ ਆਰਡਰ ਨੇ, ਹਜੇ ਕਹਿ ਸਕਦੇ ਆ ਪੂਰੇ ਆਰਡਰ ਨਹੀਂ ਆਏ, ਲੇਕਿਨ ਇੰਟਰਮ ਆਰਡਰ ਦੇ ਵਿੱਚ ਵੀ ਕਈ ਤਰ੍ਹਾਂ ਦੀ ਡਾਇਰੈਕਸ਼ਨ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਨੇ ਕੀਤੀਆਂ ਨੇ। ਕੀ ਡਾਇਰੈਕਸ਼ਨ ਨੇ, ਇਸ ਨੂੰ ਲੈ ਕੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਆ। ਸਰ, ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਸੀ, ਪਹਿਲਾਂ ਹਾਈ ਕੋਰਟ ਦੇ ਵਿੱਚ ਕਈ ਡਾਇਰੈਕਸ਼ਨਸ ਸਕੂਲਸ ਨੂੰ ਹੋਈਆਂ, ਪੇਰੈਂਟਸ ਨੂੰ ਹੋਈਆਂ ਔਰ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਡਾਇਰੈਕਸ਼ਨਸ ਹੋਈਆਂ। ਸਭ ਤੋਂ ਪਹਿਲਾਂ ਉਸੇ ਡਾਇਰੈਕਸ਼ਨ ਤੇ ਗੱਲਬਾਤ ਕਰਨਾ ਚਾਹੂੰਗਾ ਕਿ ਕਿਆ ਪੇਰੈਂਟਸ ਨੂੰ ਸਕੂਲ ਫੀ ਦੇਣੀ ਪਊਗੀ ਆਪਣੇ ਬੱਚਿਆਂ ਦੀ, ਨਹੀਂ ਦੇਣੀ ਪਊਗੀ, ਜਾਂ ਫਿਰ ਕੁਝ ਹੋਰ ਆਰਡਰ ਜਿਹੜੇ ਨੇ ਉਹ ਸੁਪਰੀਮ ਕੋਰਟ ਨੇ ਜਾਰੀ ਕੀਤੇ ਨੇ? ਦੇਖੋ, ਜਿਹੜਾ ਇੰਟਰਮ ਆਰਡਰ ਹੈ ਆਫ ਐਪੈਕਸ ਕੋਰਟ, ਸੁਪਰੀਮ ਕੋਰਟ ਦਾ 8/2/2021 ਦਾ ਉਹ ਆਰਡਰ ਹੈ, ਜਿਹੜਾ ਕਿ ਸਟੇਟ ਆਫ ਰਾਜਸਥਾਨ ਦੇ ਸਕੂਲਾਂ ਦੇ ਅਗੇਂਸਟ ਸੀ। ਉਹ ਗਾਂਧੀ ਸੇਵਾ ਸਦਨ ਰਾਜ ਸੰਬੰਧ ਕੇਸ ਆ, ਉਹਦੇ ਨਾਲ 10 ਤੋਂ 12 ਪਟੀਸ਼ਨਸ ਆਰ ਅਦਰਸ। 2019 ਦੀ ਇਹ ਪਟੀਸ਼ਨ ਸੀ, ਉਹਦੇ ਬਾਅਦ ਹੋਰ ਪਟੀਸ਼ਨਸ ਟੈਗ ਹੋ ਗਈਆਂ। ਜਿਹੜਾ 8/2/2021 ਵਾਲਾ ਆਰਡਰ ਹੈ, ਇੰਟਰਮ ਆਰਡਰ, ਉਹੀ ਜਿਹੜੇ ਪੰਜਾਬ 'ਚ ਚੱਲਦੇ ਸੀ ਉਹ 'ਚ ਵੀ ਸੇਮ ਹੋ ਗਿਆ ਆਰਡਰ। ਸੋ ਆਪਾਂ ਪਹਿਲਾਂ ਆਰਡਰ ਤੇ ਆਈਏ। ਆਰਡਰ ਹੈ ਕੀ? ਤੁਸੀਂ ਆਈ ਰਿਕੁਐਸਟ ਯੂ ਕਿ ਨਾਲ ਦੀ ਨਾਲ ਤੁਸੀਂ ਪੇਰੈਂਟਸ, ਆਈ ਹੋਪ ਕਿ ਮੈਕਸਿਮਮ ਪੇਰੈਂਟਸ ਪੜ੍ਹੇ ਲਿਖੇ ਨੇ ਔਰ ਮੈਂ ਜਿੱਥੋਂ ਤੱਕ ਮੈਂ ਇੰਟਰਪ੍ਰੇਟ ਕਰਦਾ ਹੋਇਆ ਉਹ ਵੀ ਨਾਲ ਦੀ ਨਾਲ ਮੈਂ ਸਮਝਾਉਂਦਾ ਰਹੂੰਗਾ। ਉਹਦੇ ਵਿੱਚ ਇਹ ਕਹਿੰਦਾ ਕਿ ਵੀ ਜਿਹੜਾ ਆਰਡਰ ਹੈ, ਕਿਉਂਕਿ ਫਾਈਨਲ ਜਿਹੜੀ ਇਹਦੀ ਜੱਜਮੈਂਟ ਆ ਉਹ ਰਿਜ਼ਰਵ ਹੈ। ਇਹ ਇੰਟਰਮ ਮੈਜਰ ਹੈ, ਜਿੰਨੀ ਦੇਰ ਤੱਕ ਜੱਜਮੈਂਟ ਨਹੀਂ ਆਉਂਦੀ। 15 ਤੇ 16 ਤਰੀਕ ਨੂੰ ਇਹ ਫਾਈਨਲ ਹੀਅਰਿੰਗ ਹੋਈ ਸੀ,
ਤੇ ਫਾਰਚੂਨੇਟਲੀ ਮੈਂ ਅੱਜ ਕਹਾਂਗਾ ਵੀ ਖੁਸ਼ਕਿਸਮਤੀ ਨਾਲ ਮੈਂ ਚਲੋ ਉਦੋਂ ਤਾਂ ਸੀ ਮੈਨੂੰ ਵੀ ਹਾਂ ਕੋਈ ਨਾ ਕੋਈ ਗਲਤ ਆਰਡਰ ਨਾ ਹੋ ਜੇ, ਉਹ ਚ ਮੈਂ ਇੰਟਰਮ ਪਾਰਟੀ ਵੀ ਬਣ ਗਿਆ ਸੀ। ਇਹ ਮੈਂ ਪਿੱਛੇ ਵੀ ਜਿਹੜੀ ਪਹਿਲਾਂ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਮੈਨੂੰ ਲੱਗਦਾ ਸੀ ਈਵਨ ਕਿ ਰਾਜਸਥਾਨ ਦੇ ਰਿਲੇਟਡ ਸਕੂਲ ਸੀਗੇ ਉਹ, ਇਹ ਸੀ ਕਿਤੇ ਨਾ ਕਿਤੇ ਵੀ ਕਿਤੇ ਪੰਜਾਬ ਵਾਲੀ ਸਕੂਲ ਫੀਸ ਵਾਲੇ ਚ ਉਹ ਮੁੱਦਾ ਜਿਹੜਾ ਦੁਬਾਰਾ ਨਾ ਆ ਜੇ, ਪਰ ਉਹੀ ਹੋਇਆ ਕਿ ਵੀ ਉਹ ਸੇਮ ਇਹ ਆਰਡਰ ਜਿਹੜਾ ਹੋਣ ਜਾ ਰਿਹਾ ਔਰ ਇੰਟਰਮ ਤੇ ਹੋ ਗਿਆ। ਜਿਹੜਾ ਪਹਿਲਾ ਮੈਂ ਇਹਦਾ ਪੁਆਇੰਟ ਹੈ ਉਹ ਚ ਲਿਖਦੇ ਨੇ ਕਿ ਜਿਹੜਾ 19-20 ਦੇ ਅਕੋਰਡਿੰਗਲੀ ਜਿਹੜੀ ਫੀ ਹੈ ਉਹ ਸਟੂਡੈਂਟ ਤੋਂ ਮੇਕ ਲੈ ਸਕਦੇ ਨੇ, ਜਿਹੜੀ ਕਿ 19-20 ਵਾਲੀ ਹੈ 6 ਕਿਸ਼ਤਾਂ ਦੇ ਵਿੱਚ। ਕਿਸ਼ਤ ਜਿਹੜੀ ਹੈ ਉਹ ਮਾਰਚ ਤੋਂ ਸਟਾਰਟ ਹੋ ਕੇ ਅਗਸਤ 2021 ਤੱਕ ਉਹ ਕਿਸ਼ਤ ਰਹੂਗੀ। ਨਾਲ ਕਲੈਰੀਫਾਈ ਇਹ ਕਰਦੇ ਨੇ ਕਿ ਜਿਹੜਾ ਵੀ ਬੱਚਾ ਆਨਲਾਈਨ ਤੇ ਫਿਜ਼ੀਕਲ ਕਲਾਸਿਸ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ, ਚਾਹੇ ਉਹਨੇ ਫੀਸ ਪੇ ਕਰੀ ਹੈ, ਨਾਨ ਪੇਮੈਂਟ ਆਫ ਫੀ, ਏਰੀਅਰ ਆਊਟਸਟੈਂਡਿੰਗ ਕੋਈ ਏਰੀਅਰ ਪਿਆ ਇਨਕਲੂਡਿੰਗ ਇੰਸਟਾਲਮੈਂਟ। ਇੰਸਟਾਲਮੈਂਟ ਕਿਹੜੀਆਂ ਕੀਤੀਆਂ? ਜਿਹੜੀਆਂ 6 ਸਪੋਜ਼ 6 ਇੰਸਟਾਲਮੈਂਟਸ ਦੇ ਵਿੱਚੋਂ ਵੀ ਕੋਈ ਇੰਸਟਾਲਮੈਂਟ ਨਹੀਂ ਦੇ ਸਕਿਆ ਜਾਂ ਕੋਈ ਪਹਿਲਾ ਏਰੀਅਰ ਪਿਆ, ਉਹਦੇ ਕਰਕੇ ਨਾ ਤਾਂ ਉਹਨੂੰ ਫਿਜ਼ੀਕਲ ਕਲਾਸ ਤੋਂ ਕੱਢਿਆ ਜਾਊਗਾ ਨਾ ਆਨਲਾਈਨ ਕਲਾਸ ਤੋਂ ਕੱਢਿਆ ਜਾਊਗਾ, ਤੇ ਉਹਦਾ ਰਿਜ਼ਲਟ ਵੀ shall not withhold the result of the examination of any student। ਪੇ ਕੁਝ ਵੀ ਨਹੀਂ ਕੀਤਾ ਸਪੋਜ਼, ਉਹਦਾ ਨਾ ਉਹਨੂੰ ਅੱਗੇ ਪ੍ਰਮੋਟ ਕਰਨ ਤੋਂ ਅਗਲੀ ਕਲਾਸ ਤੋਂ ਰੋਕਿਆ ਜਾ ਸਕਦਾ, ਨਾ ਉਹਨੂੰ ਮਤਲਬ ਇਸ ਗਰਾਊਂਡ ਤੇ ਉਹਦਾ ਰਿਜ਼ਲਟ ਵੀ ਨਹੀਂ ਰੋਕਿਆ ਜਾ ਸਕਦਾ। ਜਿਵੇਂ ਪੇਰੈਂਟਸ ਦੀਆਂ ਬਹੁਤ ਜ਼ਿਆਦਾ ਤਕਲੀਫਾਂ ਆ ਰਹੀਆਂ ਸੀਗੀਆਂ ਵੀ ਬੱਚੇ ਦਾ ਰਿਜ਼ਲਟ ਰੋਕ ਦਿਆਂਗੇ, ਤੁਸੀਂ ਨਹੀਂ ਪੇ ਕਰੋਗੇ, ਉਹ ਕਿਤੇ ਨਾ ਕਿਤੇ ਕੋਰਸਿਵ ਮੇਜਰ ਸਕੂਲ ਕਰ ਰਹੇ ਸੀ। ਸੈਕੰਡ ਸਪਸ਼ਟ ਤੌਰ ਤੇ ਕਹੀਏ ਕਿ ਆ ਜਿਹੜਾ ਆਰਡਰ ਆਇਆ ਹੈ ਸੁਪਰੀਮ ਕੋਰਟ ਦਾ, ਇਸ ਆਰਡਰ ਦੇ ਤਕਰੀਬਨ 10 ਪੁਆਇੰਟ ਹੈ। 10 ਪੁਆਇੰਟਾਂ ਦੀ ਜੇਕਰ ਗੱਲ ਕਰੀਏ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈ ਉਸ ਦੇ ਵਿੱਚ ਇੰਨਾ ਜ਼ਰੂਰ ਸੁਪਰੀਮ ਕੋਰਟ ਨੇ ਕਿਹਾ ਕਿ ਸਕੂਲ ਜਿਹੜੇ ਨੇ 2019 ਔਰ 20 ਦਾ ਜਿਹੜਾ ਅਕੈਡਮਿਕ ਸੈਸ਼ਨ ਰਿਹਾ ਹੈ ਔਰ 2020 ਔਰ 21 ਦੇ ਅਕੈਡਮਿਕ ਸੈਸ਼ਨ ਦੀ ਗੱਲ ਕਰੀਏ ਉਸ ਦੇ ਵਿੱਚ ਫੀਸ ਜਿਹੜੀ ਹੈ ਫੀਸ ਇਕੁਅਲ ਰਹੂਗੀ, ਫੀਸ ਵਧਾ ਨਹੀਂ ਸਕਦੇ। ਔਰ ਨਾਲੋਂ ਨਾਲ ਇੱਥੇ ਪੇਰੈਂਟਸ ਨੂੰ ਰਾਈਟ ਦਿੱਤਾ ਗਿਆ ਕਿ ਉਹ 6 ਮਹੀਨੇ ਦੀ ਇੰਸਟਾਲਮੈਂਟ ਕਰ ਸਕਦੇ ਨੇ ਸਕੂਲ ਦੇ ਨਾਲ। 6 ਮਹੀਨੇ ਦੀ ਇੰਸਟਾਲਮੈਂਟ ਦੇ ਵਿੱਚ ਪਿਛਲੀ ਜਿਹੜੀ ਬਕਾਇਆ ਫੀਸ ਹੈ ਉਹ ਸਕੂਲ ਨੂੰ ਦੇ ਸਕਦੇ ਨੇ, ਯਾਨੀ ਸਕੂਲਾਂ ਨੂੰ ਇੱਥੇ ਰਾਈਟ ਹੈ ਕਿ ਮਾਪਿਓ ਤੋਂ ਫੀਸ ਲੈ ਸਕਦੇ ਨੇ। ਲੇਕਿਨ ਇੱਥੇ ਇਹ ਵੀ ਪੇਰੈਂਟਸ ਨੂੰ ਰਾਈਟ ਦਿੱਤੇ ਗਏ ਨੇ ਕਿ ਜੇਕਰ ਉਹਨਾਂ ਦੇ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈ, ਜੇਕਰ ਉਹ ਇਸ ਕੰਡੀਸ਼ਨ ਦੇ ਵਿੱਚ ਹੈ ਕਿ ਉਹ ਸਕੂਲ ਨੂੰ ਫੀਸ ਨਹੀਂ ਦੇ ਸਕਦੇ, ਤੇ ਫਿਰ ਬੱਚਿਆਂ ਦੀ ਸਿੱਖਿਆ ਜਿਹੜੀ ਹੈ ਉਹ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਨਹੀਂ ਆਏਗੀ। ਸਾਫ਼ ਤੌਰ ਤੇ ਜਿਹੜਾ ਦੂਜਾ ਪੁਆਇੰਟ ਹੈ ਦੱਸਦਾ ਹੋਇਆ ਨਜ਼ਰ ਆ ਰਿਹਾ ਕਿ ਅਗਰ ਕੋਈ ਬੱਚਾ ਆਪਣੀ ਸਕੂਲ ਫੀ ਪੇ ਨਹੀਂ ਕਰ ਪਾਇਆ, ਕੋਈ ਹੋਰ ਏਰੀਅਰ ਜਿਹੜੇ ਨੇ ਉਹ ਪੇ ਨਹੀਂ ਕਰ ਪਾਏ, ਜਾਂ ਫਿਰ ਜਿਹੜੀ ਇੰਸਟਾਲਮੈਂਟ 6 ਮੰਥ ਦੀ ਸਕੂਲਾਂ ਨਾਲ ਹੋਊਗੀ ਅਗਰ ਉਹ ਪੇ ਨਹੀਂ ਕਰ ਪਾਇਆ ਤੇ ਫਿਰ ਉਸਦਾ ਨਾਂ ਸਕੂਲ ਤੋਂ ਕੱਟਿਆ ਨਹੀਂ ਜਾਏਗਾ, ਉਸਨੂੰ ਦੂਜੀ ਕਕਸ਼ਾ ਦੇ ਵਿੱਚ ਪ੍ਰਮੋਟ ਕਰਨ ਤੋਂ ਸਕੂਲ ਜਿਹੜਾ ਉਹ ਨਹੀਂ ਰੋਕ ਸਕਦਾ। 2 ਪੁਆਇੰਟ ਜਿਹੜੇ ਨੇ ਉਹ ਇਸ ਆਰਡਰ ਦੇ ਕਿਤੇ ਨਾ ਕਿਤੇ ਆ ਬਿਆਨ ਕਰਦੇ ਨਜ਼ਰ ਆਉਂਦੇ ਨੇ ਕਿ ਹਜੇ ਵੀ ਜਿਹੜਾ ਸੰਸ਼ੈ ਸੀ ਉਸ ਦੇ ਉੱਪਰ ਕਲੈਰਿਟੀ ਜਿਹੜੀ ਆ ਉਹ ਬਣਦੀ ਹੋਈ ਹੁਣ ਨਜ਼ਰ ਆ ਰਹੀ ਹੈ। ਹਾਲਾਂਕਿ ਫਾਈਨਲ ਆਰਡਰ ਹਜੇ ਆਣਾ ਬਾਕੀ ਹੈ, ਲੇਕਿਨ ਆ ਇੰਟਰਮ ਆਰਡਰ ਹੈ ਜਿਸ ਦੇ 2 ਪੁਆਇੰਟ ਜਿਹੜੇ ਨੇ ਉਹ ਕਿਤੇ ਨਾ ਕਿਤੇ ਅਭਿਭਾਵਕਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਨਜ਼ਰ ਆ ਰਹੇ ਨੇ। ਬਾਕੀ ਸਾਹਿਬ ਹੋਰ ਕੀ ਇਸ ਆਰਡਰ ਦੇ ਪੁਆਇੰਟ ਕਹਿੰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਫੀਸ ਸਟਰਕਚਰ ਦੀ ਜੇਕਰ ਗੱਲ ਕਰੀਏ ਕਿਆ ਉਸ ਤੇ ਕੋਈ ਚਰਚਾ ਹੋ ਪਾਈ ਹੈ, ਕਿ ਉਸ ਨੂੰ ਲੈ ਕੇ ਕੋਈ ਆਰਡਰ ਹੋ ਪਾਇਆ? ਕਿਉਂਕਿ ਫੀਸ ਦਾ ਵੀ ਕਈ ਤਰ੍ਹਾਂ ਦਾ ਕ੍ਰਾਈਟੇਰੀਆ ਆ ਜਾਂਦਾ ਹੈ। ਫੀਸ ਦੇ ਵਿੱਚ ਆ ਜਾਂਦਾ ਹੈ ਕੋਚਿੰਗ ਫੀਸ ਹੈ, ਟਿਊਸ਼ਨ ਫੀਸ ਹੈ, ਜਾਂ ਫਿਰ ਇਸ ਦੇ ਵਿੱਚ ਟਰਾਂਸਪੋਰਟੇਸ਼ਨ ਦੀ ਗੱਲ ਕਰ ਲਈਏ, ਜਾਂ ਇਸ ਦੇ ਵਿੱਚ ਐਨੂਅਲ ਚਾਰजेस ਦੀ ਗੱਲ ਕਰ ਲਈਏ, ਕਿਆ ਉਸ ਦਾ ਵੀ ਕੋਈ ਮੈਕੈਨਿਜ਼ਮ ਸੈੱਟ ਕੀਤਾ ਕਿ ਕਿਹੜੀ ਫੀਸ ਪੇਰੈਂਟਸ ਨੇ ਦੇਣੀ ਹੈ ਜਿਸ ਦੀ 6 ਮੰਥਸ ਦੀ ਇੰਸਟਾਲਮੈਂਟ ਬਣਦੀ ਹੋਈ ਨਜ਼ਰ ਆਊਗੀ? ਦੇਖੋ, ਜਿੱਥੋਂ ਤੱਕ ਮੇਰਾ ਓਪੀਨੀਅਨ ਹੈ, ਜਿਹੜਾ ਰੈਸ਼ਨਲ ਇਹਦੇ ਬਿਹਾਈਂਡ ਬਣਦਾ ਹੈ, ਫੀਸ ਕਿਹੜੀ ਲੈ ਸਕਦੇ ਆ। ਹੁਣ ਟਰਾਂਸਪੋਰਟੇਸ਼ਨ ਜਿਹੜਾ ਸਿੰਗਲ ਬੈਂਚ ਨੇ ਆਰਡਰ ਕਰਿਆ ਸੀ 30/6/2020 ਨੂੰ, ਜਿੱਥੇ ਕਿ ਅਸੀਂ ਸਾਰੇ ਸਕੂਲ ਚਾਹੇ ਆਨਲਾਈਨ ਐਜੂਕੇਸ਼ਨ ਦਿੱਤੀ ਹੈ ਨਹੀਂ ਦਿੱਤੀ ਉਹ ਫੀਸ ਕਲੈਕਟ ਕਰ ਲੈਣ, ਟਰਾਂਸਪੋਰਟੇਸ਼ਨ ਕੈਲਕੂਲੇਟ ਕਰਕੇ ਜਾਂ ਕੰਪਿਊਟਰ ਜਿਹੜੇ ਚਾਰजेस ਉਹਨਾਂ ਦੇ ਐਕਸਪੈਂਡੀਚਰ ਬਣਦੇ ਆ ਖੁਦ ਕੈਲਕੂਲੇਟ ਕਰਕੇ ਕਲੈਕਟ ਕਰ ਲੈਣ। ਹੁਣ ਤੇ ਗੱਲ ਕੱਲੀ ਫੀ ਦੀ ਕਰੀ ਹੈ, ਜਿੱਥੋਂ ਤੱਕ ਮੈਨੂੰ ਉਮੀਦ ਹੈ ਇਹ ਗੱਲ ਜਿਹੜੀ ਹੈ ਫਾਈਨਲ ਜੱਜਮੈਂਟ 'ਚ ਜ਼ਿਆਦਾ ਕਲੀਅਰ ਹੋਏਗੀ। ਹੁਣ ਫੀ ਤਾਂ ਬਣਦੀ ਅਸਲ 'ਚ ਉਹ ਹੈ ਜਿਹੜੀ ਕਿ ਤੁਸੀਂ ਆਪਣੇ ਇਨਕਰ ਕੀਤੇ ਨੇ, ਜਿਹੜੇ ਐਕਸਪੈਂਡੀਚਰ ਕੀਤੇ ਨੇ ਇਨਕਰ। ਸਪੋਜ਼ ਹੁਣ ਤੁਸੀਂ ਮਤਲਬ ਸਕੂਲ ਫੀਸ ਦੇ ਵਿੱਚ ਨਾਲ ਇਨਫਰਾਸਟ੍ਰਕਚਰ ਜਿਹੜੇ ਚਾਰजेस ਨੇ ਜਾਂ ਡਿਵੈਲਪਮੈਂਟ ਚਾਰजेस, ਬਿਲਡਿੰਗ ਚਾਰजेस, ਸੈਨੀਟੇਸ਼ਨ, ਸਪੋਰਟਸ, ਕੰਪਿਊਟਰ, ਕਿਉਂਕਿ ਬੱਚਿਆਂ ਦੇ ਪੇਰੈਂਟਸ ਨੇ ਖੁਦ ਕਿੰਨਾ ਬਰਡਨ ਲਿਆ, ਇਹ
ਇਹ ਜਿਹੜਾ ਫਸਟ ਪੁਆਇੰਟ ਹੈ, ਸੈਕੰਡ ਪੁਆਇੰਟ ਦੇ ਵਿੱਚ ਐਡੀ ਜ਼ਿਆਦਾ ਰਿਲੀਫ ਦੇਤੀ ਪੇਰੈਂਟਸ ਨੂੰ। ਹੁਣ ਇਹ ਤਾਂ ਸਕੂਲ ਵਾਲਿਆਂ ਨੂੰ ਖੁਦ ਡਿਸਕਸ ਕਰਕੇ ਪੇਰੈਂਟਸ ਦੇ ਨਾਲ ਵੀ ਅਸੀਂ ਵਾਜਬ ਇਹ ਕਰ ਲੈਂਦੇ ਆ ਵੀ ਤੁਸੀਂ ਇੰਨੀ ਕਿਤੇ ਪੇ ਕਰ ਦਿਓ, ਕਿਉਂਕਿ ਉਹਨਾਂ ਕੋਲ ਆਪਸ਼ਨ ਸੈਕੰਡ ਪੁਆਇੰਟ 'ਚ ਦੇਤੀ ਕਿ ਉਹ ਨਹੀਂ ਅਗਰ ਪੇ ਕਰ ਸਕਦੇ, ਨਹੀਂ ਵੀ ਪੇ ਕਰ ਸਕਦੇ ਨਹੀਂ, ਜੇ ਨਹੀਂ ਪੇ ਕਰਦੇ, ਐਦਾਂ ਨਹੀਂ ਕਿਹਾ ਵੀ ਨਹੀਂ ਪੇ ਕਰ ਸਕਦੇ, ਕਹਿੰਦਾ ਵੀ ਉਹ ਜੇ ਨਹੀਂ ਪੇ ਕਰਦੇ, ਇੰਸਟਾਲਮੈਂਟ ਵੀ ਨਹੀਂ ਪੇ ਕਰਦੇ, ਨਾ ਤਾਂ ਬੱਚੇ ਦਾ ਨਾ ਰਿਜ਼ਲਟ, ਨਾ ਉਹਨੂੰ ਐਗਜ਼ਾਮ ਦੇਣ ਤੋਂ ਰੋਕਿਆ ਜਾ ਸਕਦਾ, ਨਾ ਕਲਾਸਿਸ ਆਨਲਾਈਨ ਚੱਲ ਰਹੀਆਂ ਭਾਵੇਂ ਫਿਜ਼ੀਕਲ ਚੱਲ ਰਹੀਆਂ। ਦੂਜਾ ਪੁਆਇੰਟ ਕਲੀਅਰ ਕਰਤਾ ਨਾ ਕੋਰਟ ਨੇ। ਹੁਣ ਇਹ ਗੱਲ ਕਲੈਰੀਫਾਈ। ਥਰਡ ਪੁਆਇੰਟ ਹੈ, ਜੇ ਪੇਰੈਂਟਸ ਨੂੰ ਜਿਹੜੀਆਂ ਇੰਸਟਾਲਮੈਂਟ ਨੇ, ਹੁਣ ਨਵਾਂ ਜਿਹੜਾ ਰਾਹ ਖੋਲਿਆ ਉਹ ਇਹ ਹੈ ਕਿ ਵੀ ਜੇ ਉਹ ਨਹੀਂ ਦੇ ਸਕਦੇ, ਮਤਲਬ ਲੋਕਡਾਊਨ ਦੇ ਦੌਰਾਨ ਜਿਹੜਾ ਹੈ ਕੋਈ ਵੀ ਰੀਜ਼ਨ ਹੈ ਜਾਂ ਕੋਈ ਹੋਰ ਗ੍ਰੀਵੀਆਂਸ ਹੈ, ਉਹ ਸਕੂਲ ਮੈਨੇਜਮੈਂਟ ਨੂੰ ਰਿਪਰੈਜ਼ੈਂਟੇਸ਼ਨ ਵੀ ਦੇ ਸਕਦੇ ਨੇ। ਔਰ ਜਿਹੜੀ ਮੈਨੇਜਮੈਂਟ ਹੈ ਉਹ ਸਿੰਪਥੀ ਦੇ ਆਧਾਰ ਤੇ ਕੇਸ ਟੂ ਕੇਸ ਉਹਨੂੰ ਡਿਸਾਈਡ ਕਰੂਗੀ, ਕੰਸੀਡਰ ਕਰੂਗੀ। ਸਿੰਪਥੀ ਜਿੱਥੇ ਵਰਡ ਯੂਜੂਅਲੀ ਆ ਜਾਂਦਾ, ਉੱਥੇ ਇਹ ਹੁੰਦਾ ਵੀ ਜਦੋਂ ਤੱਕ ਮੇਰਾ ਓਪੀਨੀਅਨ ਹੈ, ਜੇ ਕੋਰਟ ਕਿਤੇ ਵੀ ਸਿੰਪਥੀ ਦਾ ਵਰਡ ਲਿਖਦੇ, ਉਹਦਾ ਮਤਲਬ ਇਹ ਹੁੰਦਾ ਵੀ ਸਕੂਲ ਉਹਨੂੰ ਤਕਰੀਬਨ ਮੰਨਣਗੇ ਹੀ। ਸਕੂਲ ਨਹੀਂ, ਕੋਈ ਵੀ ਰਿਸਪੋਂਡੈਂਟ ਹੁੰਦਾ ਜਿਹੜਾ ਅਸੀਂ ਰੂਟੀਨ ਪ੍ਰੈਕਟਿਸ ਦੇ ਵਿੱਚ ਦੇਖਦੇ ਹਾਂ। ਔਰ ਜਿੱਥੋਂ ਤੱਕ ਮਤਲਬ ਅੱਗੇ ਜਿਹੜੇ ਪੁਆਇੰਟ ਕਲੀਅਰ ਕਰ ਰਹੇ ਨੇ, ਇੱਕ 10th ਤੇ 12th ਦੀ ਗੱਲ ਕੀਤੀ ਹੈ, ਜਿਹੜੇ ਮੇਰੇ ਅਕੋਰਡਿੰਗਲੀ ਬੋਰਡ ਐਗਜ਼ਾਮੀਨੇਸ਼ਨ ਨੇ, ਉਹਨਾਂ ਦਾ ਨਾ ਰੋਲ ਨੰਬਰ ਰੋਕਿਆ ਜਾ ਸਕਦਾ, ਨਾ ਉਹਨਾਂ ਨੂੰ ਐਗਜ਼ਾਮੀਨੇਸ਼ਨ 'ਚ ਬੈਠਣ ਤੋਂ। ਇਹ ਦੁਬਾਰਾ ਕਲੀਅਰ ਕਰ ਰਹੇ ਨੇ, ਨਾਨ ਪੇਮੈਂਟ ਆਫ ਏਰੀਅਰ ਫੀ ਏਰੀਅਰ। ਉਸ ਤੋਂ ਬਾਅਦ ਅਬਟੇਨਿੰਗ ਅੰਡਰਟੇਕਿੰਗ ਦੀ ਗੱਲ ਕਰਦਾ, ਉਹ ਤੋਂ ਇਹ ਹੋ ਗਿਆ ਜੇ ਅਗਰ ਕਿਸੇ ਨੇ ਹੋ ਸਕਦਾ ਬੋਰਡ ਦੀ ਐਗਜ਼ਾਮ ਦੀ ਫੀਸ ਦੇਣ ਤੇ ਵੀ ਬੱਚਾ ਨਹੀਂ ਦੇ ਪਾਉਂਦਾ, ਆਈ ਥਿੰਕ ਇਹ ਉਹਨੂੰ ਇੰਟਰਪ੍ਰੇਟ ਕਰ ਰਿਹਾ ਪੁਆਇੰਟ ਕਿ ਬੱਚੇ ਦਾ ਸਾਲ ਜਿਹੜਾ ਉਹ ਖਰਾਬ ਨਾ ਹੋਵੇ। ਇਹ ਮੈਨੂੰ ਚਿੰਤਾ ਜਿਹੜੀ ਹੈ ਕੋਰਟ ਦੇ ਆਰਡਰ ਤੋਂ ਲੱਗਦੀ ਹੈ ਵੀ ਕਿਸੇ ਵੀ ਬੱਚੇ ਨੂੰ, ਜੋ ਕਿ ਸਾਡਾ ਰਾਈਟ ਟੂ ਐਜੂਕੇਸ਼ਨ 2002 ਦੇ ਵਿੱਚ ਇਟ ਬਿਕਮ ਦੀ ਫੰਡਾਮੈਂਟਲ ਰਾਈਟ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਜਿਹੜਾ ਹੈ ਉਹ 2002 ਦੇ ਵਿੱਚ ਫਸਟ ਟਾਈਮ ਸਾਡਾ ਫੰਡਾਮੈਂਟਲ ਰਾਈਟ ਬਣਿਆ 21A, ਆਰਟੀਕਲ 21A। ਉਹ ਜਿਹੜਾ ਮਤਲਬ ਸ਼ਾਇਦ ਕਿਤੇ ਨਾ ਕਿਤੇ, ਕਿਉਂਕਿ ਕਿਸੇ ਦਾ ਸਾਲ ਨਾ ਖਰਾਬ ਹੋਵੇ, ਕਿਉਂਕਿ ਬਹੁਤ ਸਕੂਲ ਨੇ ਜਿਨ੍ਹਾਂ ਨੇ ਛੱਡਤੇ ਨੇ, ਬਹੁਤ ਸਕੂਲ ਨੇ ਜਿਹਨੇ ਆਨਲਾਈਨ ਐਜੂਕੇਸ਼ਨ ਨਹੀਂ ਦਿੱਤੀ। ਹੁਣ ਸਕੂਲ ਜੇ ਤਾਂ ਇਹ ਡਾਇਰੈਕਸ਼ਨ ਹੁੰਦੀ, ਇੱਕ ਹੋਰ ਕਲੈਰੀਫਾਈ ਕਰਦਾ ਮੈਂ, ਇਹ ਨਹੀਂ ਕਿਹਾ ਵੀ ਪੇਰੈਂਟਸ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਫੀ ਪੇ ਕਰੋ। ਇਹਦਾ ਮਤਲਬ ਇਹ ਹੈ ਵੀ ਸਕੂਲ ਫੀ ਦੀ ਗੱਲ ਕਰੀਏ, ਨਾ ਟਿਊਸ਼ਨ ਫੀ ਨਾ ਕੋਈ ਹੋਰ ਫੀਸ ਦੀ ਗੱਲ ਕੀਤੀ ਹੈ, ਜਿਹੜੀ ਕਿ ਪੁਰਾਣੀ ਚੱਲਦੀ ਆ ਰਹੀ ਸੀ। ਹੁਣ ਜਿਹੜੇ ਚਾਰजेस ਇਨਕਰ ਨਹੀਂ ਕੀਤੇ, ਨਾ ਤੇ ਉਹ ਕਿਹਾ ਵੀ ਕਲੈਕਟ ਕਰ ਲਓ, ਕੱਲੀ ਗੱਲ ਕੀਤੀ ਹੈ ਫੀ ਦੀ। ਹੁਣ ਇਹ ਤਾਂ ਆਪਣੇ ਆਪ ਹੀ ਰੈਸ਼ਨਲ ਹੀ ਬਣਦਾ, ਜਿਹੜਾ ਮੈਂ ਕੋਈ ਸਰਵਿਸਿਜ਼ ਨਹੀਂ ਦਿੱਤੀਆਂ, ਜਿੱਥੋਂ ਤੱਕ ਮੇਰਾ ਓਪੀਨੀਅਨ ਹੈ, ਇਹ ਨਹੀਂ ਮੰਗਣਾ ਬਣਦਾ, ਕੋਈ ਵੀ ਇਹ ਨਹੀਂ ਮੰਗਣਾ ਬਣਦਾ। ਲੇਕਿਨ ਇੱਕ ਹੋਰ ਪੁਆਇੰਟ ਜਿਹੜਾ ਇਸ ਦੇ ਵਿੱਚ ਕਾਫੀ ਅਹਿਮ ਮੰਨਿਆ ਗਿਆ ਹੈ ਕਿ ਅਗਰ ਕਿਸੇ ਦੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ ਉਹ ਸਹੀ ਨਹੀਂ ਹੈ, ਮੈਂ ਤੀਜੇ ਪੁਆਇੰਟ ਦੀ ਗੱਲ ਕਰੂੰਗਾ, ਜਿਹੜਾ ਤੀਜਾ ਪੁਆਇੰਟ ਹੈ ਜਿਸ ਦੇ ਵਿੱਚ, ਕਿਉਂਕਿ ਇਸ ਕੋਵਿਡ-19 ਦੀ ਮਹਾਮਾਰੀ ਦੀ ਗੱਲ ਕਰੀਏ ਨਾ, ਤੇ ਇਸ ਦੇ ਵਿੱਚ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਨੌਕਰੀਆਂ ਜਿਹੜੀਆਂ ਜਾਂਦੀਆਂ ਹੋਈਆਂ ਨਜ਼ਰ ਆਈਆਂ। ਕਈ ਪੇਰੈਂਟਸ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਨੇ ਬੱਚੇ ਪੜ੍ਹਦੇ ਰਹਿਣ, ਜਿਹੜੀ ਉਹਨਾਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਏ, ਲੇਕਿਨ ਉਹਨਾਂ ਦੀ ਨੌਕਰੀਆਂ ਗਈਆਂ, ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ ਉਹ ਖਰਾਬ ਹੁੰਦੀ ਨਜ਼ਰ ਆਈ, ਜਿਸ ਕਰਕੇ ਉਹ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ। ਇਸ ਕਰਕੇ ਇੱਥੇ ਇਹ ਵੀ ਪੁਆਇੰਟ ਦਿੱਤਾ ਗਿਆ ਕਿ ਕੇਸ ਟੂ ਕੇਸ ਜਿਹੜਾ ਉਹ ਸਕੂਲ ਐਗਜ਼ਾਮਿਨ ਕਰੇ ਕਿ ਜਿਹੜੇ ਮਾਪਿਓ ਕਹਿੰਦੇ ਆ ਕਿ ਉਹਨਾਂ ਦੇ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈ ਔਰ ਉਹ ਫੀਸ ਨਹੀਂ ਦੇ ਸਕਦੇ, ਤੇ ਫਿਰ ਸਿੰਪਥੀ ਦੇ ਆਧਾਰ ਤੇ ਉਹਨਾਂ ਨੂੰ ਛੂਟ ਦਿੱਤੀ ਜਾਏ ਕਿ ਉਹ ਫੀਸ ਨਾ ਭਰਨ। ਇਸ ਤਰ੍ਹਾਂ ਦੇ ਆਰਡਰ ਜਿਹੜੇ ਨੇ, ਅੱਜ ਜਿਹੜਾ ਤੀਜਾ ਪੁਆਇੰਟ ਇਸ ਆਰਡਰ ਦਾ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਸਿੰਪਥੀ ਦੇ ਆਧਾਰ ਤੇ ਫੀਸ ਜਿਹੜੀ ਹੈ ਸਕੂਲ ਖੁਦ ਮਾਫ ਕਰਦੇ ਹੋਏ ਨਜ਼ਰ ਆਣ, ਕਿਉਂਕਿ ਇੱਥੇ ਸਕੂਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਬੱਚਿਆਂ ਦੀ ਸਿੱਖਿਆ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਇਹ ਇੱਕ ਵੱਡਾ ਪੁਆਇੰਟ ਹੈ ਮਗਰੀ ਸਾਹਿਬ, ਇਹ ਇੱਕ ਵੱਡਾ ਪੁਆਇੰਟ ਕਿਤੇ ਨਾ ਕਿਤੇ ਹੈ ਕਿ ਸਿੰਪਥੀ ਦੇ ਆਧਾਰ ਤੇ ਤੁਸੀਂ ਕੇਸ ਟੂ ਕੇਸ ਸਟੱਡੀ ਕਰ ਲਓ। ਜਿਹੜੇ ਵੀ ਮਾਪਿਓ ਕਹਿੰਦੇ ਨੇ ਕਿ ਤੁਸੀਂ ਰਿਪਰੈਜ਼ੈਂਟੇਸ਼ਨ ਸਕੂਲ ਨੂੰ ਦੇ ਦਿਓ ਕਿ ਤੁਹਾਡੇ ਕੋਲ ਅਗਰ ਫੀਸ ਨਹੀਂ ਹੈ, ਤੁਹਾਡੇ ਕੋਲ ਫੰਡ ਨਹੀਂ ਹੈ, ਤੁਸੀਂ ਨਹੀਂ ਦੇ ਸਕਦੇ ਫੀਸ, ਤੇ ਫਿਰ ਸਕੂਲ ਡਿਸਾਈਡ ਕਰ ਲੇਗਾ ਕਿ ਤੁਹਾਨੂੰ ਸਕੂਲ ਫੀਸ ਦੇ ਵਿੱਚ ਕਿੰਨੀ ਰਾਹਤ ਦੇਣੀ ਹੈ, ਕਿੰਨੀ ਨਹੀਂ ਦੇਣੀ। ਦੇਖੋ, ਮੇਰੀ ਸਾਰੀ ਪਟੀਸ਼ਨ ਦੇ ਵਿੱਚ ਅਗਰ ਤੁਸੀਂ ਫਰੋਮ ਦੀ ਵੈਰੀ ਇਨਸੈਪਸ਼ਨ, ਜਦੋਂ ਮੈਂ ਇਹ ਮੈਟਰ ਦੇ ਵਿੱਚ ਅਪੀਅਰ ਹੋਇਆ ਸੀ ਪੇਰੈਂਟਸ ਵੱਲੋਂ ਪ੍ਰੋ ਬੋਨੋ ਮੈਂ ਕਰ ਰਿਹਾ ਮੈਟਰ ਅਪ ਟੂ ਸੁਪਰੀਮ ਕੋਰਟ,
ਮੈਂ ਉਦੋਂ ਦਾ ਹੀ ਇਹ ਕਹਿ ਰਿਹਾ ਸੀ ਕਿ ਵੀ ਜਿਹੜੇ ਇਹ ਸਕੂਲ ਨੇ ਜਿਹੜੀ ਆਨਲਾਈਨ ਐਜੂਕੇਸ਼ਨ ਦੇ ਰਹੇ ਨੇ 2 ਜਾਂ 3 ਕਲਾਸਿਸ, ਜਿਹੜੇ ਇਹ ਟੀਚਰਸ ਨੇ ਉਹਨਾਂ ਦੀ ਸੈਲਰੀ ਦੇਣ ਵਾਸਤੇ ਸਾਨੂੰ ਕੋਈ ਗਰਜ ਨਹੀਂ ਹੈ, ਕਿਉਂਕਿ ਇਹਨਾਂ ਦਾ ਆਪਣਾ ਗਰਾਊਂਡ ਸੀ ਵੀ ਸਾਨੂੰ ਖਰਚੇ ਚਾਹੀਦੇ ਨੇ ਚਲਾਉਣ ਵਾਸਤੇ। ਜਿਹੜਾ ਸਾਡਾ ਸਕੂਲ ਇੰਸਟੀਟਿਊਸ਼ਨ ਹੈ, ਇਹ ਚੈਰੀਟੇਬਲ ਇੰਸਟੀਟਿਊਸ਼ਨ ਨੇ, ਇਹ ਨਾਨ ਪ੍ਰੋਫਿਟਰਿੰਗ ਆਰਗੇਨਾਈਜੇਸ਼ਨਸ ਨੇ, ਇਹਦੇ ਵਿੱਚ ਕੋਈ ਪ੍ਰੋਫਿਟ ਔਰ ਇਹ ਕੋਈ ਦੁਕਾਨ ਜਾਂ ਬਿਜ਼ਨਸ ਤਾਂ ਹੈ ਨਹੀਂ। ਹੁਣ ਪੇਰੈਂਟਸ ਹੁਣ ਤੱਕ ਦਿੰਦੇ ਆਏ ਸੀ, ਹੁਣ ਪਹਿਲੀ ਵਾਰ ਕੋਈ ਦਿੱਕਤ ਆਈ ਸੀ। ਤੁਸੀਂ ਇੱਕ ਸਰਵਿਸ ਲਈਓ ਨਹੀਂ ਹੈ, ਤੁਸੀਂ ਆਪਣੇ ਘਰ 'ਚ ਬੈਠੇ ਹੋ, ਸਗੋਂ ਤੁਸੀਂ ਇਨਕਰ ਕੀਤਾ, ਚਾਹੇ ਉਹ ਗੈਜਟਸ ਨੇ, ਜੇ ਕਿਸੇ ਦੇ 2 ਜਾਂ 3 ਬੱਚੇ ਨੇ, ਇੱਕ ਤਾਂ ਬਿਜ਼ਨਸ ਸਟਾਪ ਹੋ ਗਿਆ, ਦੂਜੀ ਉਹਨੂੰ ਕਦੇ ਲੈਪਟਾਪ ਜਾਂ ਕੋਈ ਮਲਟੀਮੀਡੀਆ ਫੋਨ ਦੇ ਕੇ ਉਹਨੂੰ ਆਨਲਾਈਨ ਕਲਾਸ ਕਰਾਉਣਾ। ਸਾਡਾ ਕਿੱਡਾ ਕੁ ਨੈਟਵਰਕ ਅੱਛਾ ਹੈ ਕਿ ਆਨਲਾਈਨ ਫਲੂਐਂਟਲੀ ਲੈ ਸਕਦੇ ਸੀ। ਬੱਚਿਆਂ ਦੀਆਂ ਮਾਵਾਂ ਟੀਚਰ ਬਣ ਕੇ ਉਹਨਾਂ ਨੂੰ ਪੜ੍ਹਾਉਂਦੀਆਂ ਰਹੇ। ਇਹ ਨਹੀਂ ਵੀ ਟੀਚਰਾਂ ਨੇ ਮਿਹਨਤ ਨਹੀਂ ਕੀਤੀ। ਜਦੋਂ ਕਨੈਕਸ਼ਨ ਜਾਂ ਮਤਲਬ ਇੰਨਾ, ਅਸੀਂ 35 ਮਿੰਟ ਜਾਂ 40 ਮਿੰਟ ਦੇ ਵਿੱਚ 35 ਬੱਚੇ ਨਹੀਂ ਸਮਝ ਪਾਉਂਦੇ ਸੀ, ਕਿਉਂਕਿ ਫਿਜ਼ੀਕਲੀ ਤਾਂ ਤੁਸੀਂ ਸਮਝ ਸਕਦੇ ਹੋ ਬੱਚਿਆਂ ਦੇ। ਮੈਂ ਤਾਂ ਪਟੀਸ਼ਨ ਜਿਸ ਕਰਕੇ ਮੰਗਿਆ ਸੀ ਵੀ ਇਹਨਾਂ ਨੂੰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਸਕੂਲ ਦੀਆਂ, ਉਹ ਐਡੇ ਹਾਇਰ ਮਤਲਬ ਜਿਹੜੇ ਨੇ ਸੀਨੀਅਰ ਐਡਵੋਕੇਟ ਕਾਉਂਸਲ ਕਰਕੇ, ਚਲੋ ਉਹਨਾਂ ਦਾ ਰਾਈਟ ਹੈ, ਉਹ ਕੰਟੈਸਟ ਕਰ ਸਕਦੇ ਆ ਆਪਣਾ ਰਾਈਟ, ਪਰ ਉਹਨਾਂ ਨੂੰ ਮੈਂ ਕਹਿੰਦਾ ਦਰਿਆਦਿਲੀ ਦਿਖਾ ਕੇ ਇਹ ਆਰਗੇਨਾਈਜੇਸ਼ਨਸ ਨੂੰ ਆਪਣੇ ਬਿਹਾਫ ਤੇ ਹੀ ਕਰ ਦੇਣਾ ਚਾਹੀਦਾ ਸੀ। 1 ਸਾਲ ਦਾ ਹੀ ਕੰਮ ਸੀ, ਜਿਹੜੀ ਸਰਵਿਸ ਲਈ ਨਹੀਂ ਉਹ ਛੱਡ ਦੇਣੀ ਚਾਹੀਦੀ ਸੀ ਆਪਣੇ ਆਪ ਹੀ। ਹੁਣ ਜਿੱਥੋਂ ਤੱਕ ਮੈਂ ਸੈਟੀਸਫਾਈਡ ਇਸ ਕਰਕੇ ਮੈਂ ਕਹਿ ਸਕਦਾ ਕਿ ਜਦੋਂ 8/2/2021 ਵਾਲਾ ਸੁਪਰੀਮ ਕੋਰਟ ਦਾ ਇਹ ਵਾਲਾ ਆਰਡਰ ਆਇਆ ਸੀ, ਜਿਹੜਾ ਕੱਲ ਸਾਡੇ ਹਾਈ ਕੋਰਟ ਨੇ ਲਾਗੂ ਕੀਤਾ ਔਰ 12 ਨੂੰ ਸੁਪਰੀਮ ਕੋਰਟ ਨੇ ਇਹਨਾਂ ਵਾਲੀਆਂ ਅਪੀਲਾਂ 'ਚ SLPs 'ਚ ਕੀਤਾ, ਇਹ ਮੈਨੂੰ ਲੱਗਦਾ ਸੀ ਵੀ ਈਵਨ ਦੋ ਕਿ ਉਹ ਰਾਜਸਥਾਨ ਦੇ ਨਾਲ ਰਿਲੇਟਡ ਸੀਗੇ, ਵੀ ਕਿਤੇ ਨਾ ਕਿਤੇ ਨਾ ਹੋ ਜੇ। ਚਲੋ 12 ਤਰੀਕ ਤੋਂ ਹੀ ਚੱਲ ਕੇ ਮੈਂ ਉਹਦੇ ਵਿੱਚ ਕੇਸ ਦੇ ਵਿੱਚ ਪਾਰਟੀ ਵੀ ਇੰਟਰਵਿਨਰ ਬਣਿਆ ਬਾਏ ਨੇਮ, ਵੀ ਕੋਈ ਪੇਰੈਂਟਸ ਦਾ ਕਿਸੇ ਵੀ ਪੱਖ ਰਹਿ ਨਾ ਜਾਵੇ, ਮੇਰੀ ਆਤਮਾ ਤੇ ਕੋਈ ਇਦਾਂ ਦਾ ਉਹ ਨਾ ਆਵੇ। ਮੈਂ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਸੀ ਔਰ ਅੱਜ ਮੈਂ ਉਹ ਫਕਰ ਮਹਿਸੂਸ ਕਰ ਰਿਹਾ ਔਰ ਪੇਰੈਂਟਸ ਨੂੰ ਦੱਸਦਾ ਹੋਇਆ, ਹੋਵੇ ਜੋ ਮਰਜ਼ੀ ਫਾਈਨਲ ਜਜਮੈਂਟ 'ਚ। ਉਹ 2 ਦਿਨ ਬਹਿਸ ਚੱਲਦੀ ਰਹੀ, ਮੈਂ ਪੂਰਾ ਬਾਖੂਬੀ ਪੱਖ ਰੱਖਿਆ। ਉਹ ਈਵਨ ਕਿ ਕੋਰਟ ਕਹਿੰਦੀ ਸੀ ਵੀ ਇਹ 2019 ਦੇ ਰਾਜਸਥਾਨ ਦੇ ਕੇਸ ਨੇ, ਉਹ 'ਚ ਕੋਈ ਹੋਰ ਇਸ਼ੂ ਇਨਵੋਲਵ ਹੈ, ਬਾਅਦ 'ਚ ਹੋਰ ਕੇਸ ਟੈਗ ਹੋਏ, ਬਟ ਮੈਂ ਆਪਣਾ ਪੱਖ ਦੀ ਕੋਈ ਕਸਰ ਨਹੀਂ ਛੱਡੀ ਔਰ 90 ਪੇਜਾਂ ਦਾ ਮੈਂ ਉੱਥੇ ਜਿਹੜਾ ਆਪਣਾ ਰਿਟਨ ਸਬਮਿਸ਼ਨ ਮੈਨੂੰ ਕਿਹਾ ਸੀ ਜੱਜ ਸਾਹਿਬ ਨੇ ਵੀ ਤੁਸੀਂ ਰੱਖੋ, ਉਹਨਾਂ ਨੇ ਐਪਰੀਸ਼ੀਏਟ ਕੀਤਾ ਵੀ ਪਬਲਿਕ ਕਾਜ਼ ਤੁਸੀਂ ਸਹੀ ਰੇਜ਼ ਕਰਦੇ ਹੋ। ਅਸੀਂ ਦੇਖਣਾ ਵੀ ਸਰਕਾਰਾਂ ਸਕੂਲਾਂ ਤੇ ਬੈਨ ਲਾ ਸਕਦੀਆਂ ਜਾਂ ਨਹੀਂ ਲਾ ਸਕਦੀਆਂ। ਸਪੋਜ਼ ਮੈਂ ਉੱਥੇ ਨਾ ਵੀ ਜਾਂਦਾ, ਜੇ ਉੱਥੇ ਨਾ ਜਾਂਦਾ ਜਜਮੈਂਟ ਤਾਂ ਆਏ ਜਾਣੀ ਸੀ ਨਾ। ਹੁਣ ਜਿਹੜੀ ਇਹ ਸੁਪਰੀਮ ਕੋਰਟ ਨੇ, ਸਾਡੀ ਹਾਈ ਕੋਰਟ ਨੇ ਕਹਿਤਾ, ਇਹ ਵੀ ਲਿਖਤਾ ਉਹਨਾਂ ਨੇ ਵੀ ਜਿਹੜੀ ਫਾਈਨਲ ਜਜਮੈਂਟ ਆਏਗੀ ਉਹਨਾਂ 'ਚ ਉਹ ਇਹਦੇ ਤੇ ਲਾਗੂ ਹੋਏਗੀ। ਮੈਂ ਜਿਹੜੀ ਜਜਮੈਂਟ ਆਊਗੀ ਆ ਸਿਰਫ ਜਿਹੜਾ ਪਿਛਲਾ ਸਾਲ ਰਿਹਾ ਹੈ ਉਸ ਦੇ ਉੱਪਰ ਹੀ ਲਾਗੂ ਹੋਏਗੀ। ਅਗਲਾ ਜਿਹੜਾ ਸਾਲ ਆਉਣ ਵਾਲਾ ਹੈ, ਯਾਨੀ ਹੁਣ ਅਪ੍ਰੈਲ ਤੋਂ ਜਿਹੜਾ ਅਕੈਡਮਿਕ ਸੈਸ਼ਨ ਸ਼ੁਰੂ ਹੋ ਜਾਏਗਾ, ਉਸ ਤੇ ਤਾਂ ਜਜਮੈਂਟ ਲਾਗੂ ਹੋਣ ਦੀ ਨਜ਼ਰ ਨਹੀਂ ਆਊਗੀ। ਇੰਟਰਮ ਆਰਡਰ 'ਚ ਵੀ ਕਿਹਾ ਵੀ 2021-22 ਵਾਲੇ ਸੈਸ਼ਨ ਵਾਸਤੇ ਇਹ ਅਰੇਂਜਮੈਂਟ ਲਾਗੂ ਨਹੀਂ ਹੋਣੇ। ਹੁਣ ਸਪੋਜ਼ ਲਾਕਡਾਊਨ ਦੁਬਾਰਾ ਲੱਗਦਾ, ਸਪੋਜ਼ ਲਾਕਡਾਊਨ ਤੋਂ ਬਾਅਦ ਨਵੀਆਂ ਡਾਇਰੈਕਸ਼ਨਸ ਸਕੂਲ ਵਾਸਤੇ ਆਉਂਦੀਆਂ, ਕਿਉਂਕਿ ਪਹਿਲੀਆਂ ਵਾਲੀਆਂ ਤਾਂ ਖਤਮ ਹੋ ਜਾਣੀਆਂ, ਜਾਂ ਕੋਈ ਸਕੂਲ ਨਹੀਂ ਖੁੱਲਦੇ, ਉਹਦਾ ਨਵਾਂ ਕਾਜ਼ ਹੋਊਗਾ। ਇੱਥੇ ਸਿਰਫ ਜਿਹੜਾ ਇਹ ਰਿਲੇਟਡ ਹੈ, ਇਹ ਅਰੇਂਜਮੈਂਟ ਵੀ ਜਿਹੜਾ ਕੀਤਾ ਗਿਆ, ਇਹ 20 ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਦੇ ਸੈਸ਼ਨ ਨੂੰ ਹੀ ਲਾਗੂ ਹੈ। ਬਾਗੀ ਸਾਹਿਬ ਇੱਕ ਹੋਰ ਗੱਲ ਕਰ ਦਿੰਦੇ ਆ, ਇਹ ਤੇ ਹੋ ਗਏ ਜਿਹੜੇ ਹੋਰ ਕਲਾਸਿਸ ਹੈ, ਲੇਕਿਨ ਬੋਰਡ ਪ੍ਰੀਖਿਆਵਾਂ ਜਿਹੜੀਆਂ ਬੱਚਿਆਂ ਦੀ ਚੱਲ ਰਹੀਆਂ, ਹਾਲਾਂਕਿ ਹੁਣ ਪੋਸਟਪੋਨ ਹੋ ਗਈਆਂ ਪੰਜਾਬ ਦੇ ਵਿੱਚ ਕੁਝ ਬੋਰਡ ਪ੍ਰੀਖਿਆਵਾਂ, ਕੋਵਿਡ ਕਿਉਂਕਿ ਦੁਬਾਰਾ ਤੋਂ ਫੈਲਦਾ ਨਜ਼ਰ ਆ ਰਿਹਾ ਹੈ। ਬੋਰਡ ਪ੍ਰੀਖਿਆਵਾਂ ਦੀ ਵੀ ਫੀਸ ਹੁੰਦੀ ਹੈ ਔਰ ਕਈ ਵਾਰ ਇਹੋ ਜਿਹਾ ਵੀ ਵੇਖਣ ਨੂੰ ਆਉਂਦਾ ਕਿ ਸਕੂਲ ਕਹਿ ਦਿੰਦੇ ਕਿ ਉਹ ਫੀਸ ਤੁਸੀਂ ਸਬਮਿਟ ਕਰਾਓ, ਜੇਕਰ ਨਹੀਂ ਕਰਾਉਂਦੇ ਤਾਂ ਫਿਰ ਤੁਹਾਡਾ ਰੋਲ ਨੰਬਰ ਹੀ ਨਹੀਂ ਆਣਾ ਜਿਹੜਾ ਬੋਰਡ ਤੋਂ ਆਉਂਦਾ ਹੈ। ਉਸ ਨੂੰ ਲੈ ਕੇ ਕੋਈ ਡਾਇਰੈਕਸ਼ਨ ਹੈਗੀਆਂ ਇਸ 'ਚ? ਇਹ ਆਰਡਰ ਹੀ ਪੜਾਤਾ ਮੈਂ ਤਾਂ, ਕੋਈ ਆਰਡਰ 'ਚ ਕੋਈ ਕੁਐਸਚਨ ਹੀ ਨਹੀਂ ਰਿਹਾ। ਆਰਡਰ 'ਚ ਤਾਂ ਕਲੀਅਰ ਕਰਦਾ ਨਾ, ਕਿਸੇ ਬੱਚੇ ਦਾ ਨਾ ਰੋਲ ਨੰਬਰ ਰੋਕਿਆ ਜਾ ਸਕਦਾ, ਨਾ ਉਹਨੂੰ ਅੱਗੇ ਇਹ ਕਲੀਅਰ ਕਰਤਾ। ਮੈਂ ਤਾਂ ਪੜ੍ਹ ਕੇ ਦੱਸ ਰਿਹਾ ਵੀ ਕਿਤੇ ਕੋਈ ਨਾ ਕੋਈ ਮਿਸਟੇਕ ਵੀ ਨਾ ਹੋ ਜਾਵੇ। ਬੀਇੰਗ ਹਿਊਮਨ ਮੈਂ ਉਹ ਕਰਦਾ। ਮੈਂ ਇਸ ਕਰਕੇ ਹੀ ਬਾਰ-ਬਾਰ ਕਹਿੰਦਾ ਵੀ ਤੁਸੀਂ ਆਹ ਸੈਕੰਡ ਪੁਆਇੰਟ ਜ਼ਰੂਰ ਇੱਕ ਵਾਰ ਡਿਟੇਲ 'ਚ ਦਿਖਾਓ, ਸਾਰੇ ਪੜ੍ਹੇ ਲਿਖੇ ਨੇ। ਇੰਟਰਪ੍ਰੈਟ ਜਿੱਥੋਂ ਤੱਕ ਮੇਰਾ ਓਪੀਨੀਅਨ ਹੈ ਜੋ ਵੀ ਹੈ ਮੈਂ ਦੱਸ ਰਿਹਾ, ਬਟ ਜਿਹੜਾ ਆਨਲਾਈਨ ਇਹਦੀ SLP ਨੰਬਰ ਵੀ ਦਿਖਾਓ ਸਾਰਿਆਂ ਨੂੰ। ਮੈਂ ਇੱਕ ਹੋਰ ਤੁਹਾਡੇ ਚੈਨਲ ਦੇ ਜਰੀਏ ਦੱਸ ਸਕਦਾ, ਆਨਲਾਈਨ ਵੀ ਆਰਡਰ ਪਏ ਹੋਏ ਨੇ। ਇਹ ਜਿਹੜਾ ਮੇਰਾ LPA ਨੰਬਰ ਹੈ ਉਹ 409/2020 LPA 409/2020 ਹਾਈ ਕੋਰਟ ਦੀ ਸਾਈਟ ਤੇ ਵੀ ਆ ਜਾਣਾ ਇਹ ਆਰਡਰ। ਇਹ ਸੁਪਰੀਮ ਕੋਰਟ ਆਰਡਰ ਹੈ ਔਰ SLP ਨੰਬਰ ਹੈ ਇਹ ਵਾਲਾ SLP ਨੰਬਰ ਹੈ। ਅਗਰ ਕੋਈ ਵੀ ਸੁਪਰੀਮ ਕੋਰਟ ਦੀ ਸਾਈਟ ਤੇ ਜਾ ਕੇ ਇਹਨੂੰ ਓਪਨ ਕਰੇਗਾ, 8/2/2020 ਵਾਲਾ ਆਰਡਰ ਹੈ ਇਹ ਆਰਡਰ ਉੱਥੇ ਜਦੀ ਡਾਊਨਲੋਡ ਹੋ ਜਾਣਾ। ਕੋਈ ਵੀ ਇਹਨੂੰ ਡਾਊਨਲੋਡ ਕਰ ਸਕਦਾ, ਕਿਸੇ ਤੇ ਕੁਝ, ਭਾਵੇਂ ਉਹ ਕੋਈ ਵੀ ਹੈ ਜਿਹਦੇ ਕੋਲ ਇੰਟਰਨੈਟ ਦੀ ਫੈਸਿਲਿਟੀ ਹੈ
ਗੂਗਲ ਕਰੋਮ ਹੈ, ਉਹ ਸੁਪਰੀਮ ਕੋਰਟ ਦੀ ਸਾਈਟ ਖੋਲੇ, ਇਹਨੂੰ ਡਾਊਨਲੋਡ ਕਰ ਲੇ। ਇਸ 'ਚ ਤਾਂ ਕੋਈ ਐਂਬੀਗਿਟੀ ਨਹੀਂ ਹੈ। ਯਾਨੀ ਬਿਲਕੁਲ 10 ਪੁਆਇੰਟ, ਅਗਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਆਰਡਰ ਦੇ 10 ਪੁਆਇੰਟ ਕਿਹੜੇ ਨੇ, ਉਹ ਸਾਰੇ ਤੇ ਸਾਰੇ ਪੁਆਇੰਟ ਜਿਹੜੇ ਨੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਉਹ 7 ਪੁਆਇੰਟ, ਬਿਲਕੁਲ ਦੇਖੋ 7 ਪੁਆਇੰਟ ਹੈ, ਜਿਸ ਦੇ ਵਿੱਚ ਕਈ ਵੱਡੀਆਂ ਗੱਲਾਂ ਇੱਥੇ ਕੋਰਟ ਜਿਹੜੀ ਕਹਿੰਦੀ ਨਜ਼ਰ ਆਈ ਹੈ। ਔਰ ਖਾਸ ਕਰਕੇ ਜਿਹੜੀ ਮੈਂ 10ਵੀਂ ਔਰ 12ਵੀਂ ਦੀ ਪ੍ਰੀਖਿਆਵਾਂ ਦੀ ਗੱਲ ਕਰ ਰਿਹਾ ਸੀ, ਉਸ ਦੇ ਵਿੱਚ ਵੀ ਸਿੱਧੇ ਤੌਰ ਤੇ ਅਲੱਗ ਤੋਂ ਡਿਫਾਈਨ ਕੀਤਾ ਹੋਇਆ ਹੈ ਕਿ ਜਿਹੜੀਆਂ ਪ੍ਰੀਖਿਆਵਾਂ ਹੋਣੀਆਂ ਨੇ, ਇਸ ਦੇ ਵਿੱਚ ਨਾਂ ਨੂੰ ਨਹੀਂ ਰੋਕਿਆ ਜਾ ਸਕਦਾ, ਕੈਂਡੀਡੇਟ ਦਾ ਨਾਂ ਉੱਪਰ ਭੇਜਣਾ ਹੀ ਹੋਏਗਾ, ਭਾਵੇਂ ਉਸਨੇ ਪੇਮੈਂਟ ਕੀਤੀ ਹੈ ਭਾਵੇਂ ਉਸਨੇ ਪੇਮੈਂਟ ਨਹੀਂ ਕੀਤੀ। ਯਾਨੀ ਜਿਹੜੀ ਸਿੱਖਿਆ ਉਹ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਏ। ਹਾਲਾਂਕਿ ਇੰਟਰਿਮ ਆਰਡਰ ਨੇ, ਹਜੇ ਫਾਈਨਲ ਆਰਡਰ ਆਣੇ ਬਾਕੀ ਹੈ। ਅਗਲੀ ਸਾਹਿਬ ਕਦੋਂ ਤੱਕ ਫਾਈਨਲ ਆਰਡਰ ਆ ਜਾਣਗੇ? ਕਿਉਂਕਿ ਇੰਟਰਿਮ ਆਰਡਰ ਤੇ ਕਹਿ ਸਕਦੇ ਹਾਂ ਕਿ ਅਭਿਭਾਵਕਾਂ ਨੂੰ ਰਾਹਤ ਮਿਲਦੀ ਇਨ ਇੰਟਰਿਮ ਆਰਡਰ ਦੇ ਵਿੱਚ ਨਜ਼ਰ ਆ ਰਹੀ ਹੈ। ਦੇਖੋ ਇੰਟਰਿਮ ਆਰਡਰ ਪਹਿਲੇ ਪੈਰੇ 'ਚ ਲਿਖਿਆ, ਇਹ ਆਰਡਰ ਉਦੋਂ ਤੱਕ ਲਾਗੂ ਰਹਿਣਗੇ ਜਿੰਨੀ ਦੇਰ ਤੱਕ ਫਾਈਨਲ ਜੱਜਮੈਂਟ ਨਹੀਂ ਆਉਂਦੀ। ਸਪੋਜ਼ ਕਰੋ ਫਾਈਨਲ ਜੱਜਮੈਂਟ 1 ਮਹੀਨਾ ਨਹੀਂ ਆਉਂਦੀ, 2 ਮਹੀਨੇ ਨਹੀਂ ਆਉਂਦੀ, ਕਿਉਂਕਿ 8/2/2021 ਨੂੰ ਅੱਜ 1.5 ਮਹੀਨਾ ਤਾਂ ਹੋਣ ਵਾਲਾ ਹੀ ਹੈ। ਜਿੰਨੀ ਦੇਰ ਫਾਈਨਲ ਜੱਜਮੈਂਟ ਨਹੀਂ ਆਉਂਦੀ, ਇਹ ਲਾਗੂ ਨੇ। ਇਹਨੂੰ ਕੋਈ ਲਾਗੂ ਕਰਨ ਤੋਂ ਰੋਕ ਨਹੀਂ ਸਕਦਾ। ਹੁਣ ਤਾਂ ਬਾਏ ਆਰਡਰ ਸਾਡੇ ਵਾਲੀਆਂ 'ਚ ਵੀ ਆ ਸਕਦਾ ਨਾ, ਇਹਦੇ ਅੱਗੇ ਤਾਂ ਕੁਝ ਨਹੀਂ। ਸੁਪਰੀਮ ਕੋਰਟ ਦੇ ਅੱਗੇ ਕੀ ਹੈ? ਇਟਸ ਸੁਪਰੀਮ, ਇਟ ਕਾਂਟ ਬੀ ਸੈਡ ਕਿ ਹਾਂ ਨਹੀਂ, ਜੇ ਕੋਈ ਕਹੇ ਵੀ ਹਾਂ ਫਾਈਨਲ ਆਰਡਰ ਆਣਾ ਜੀ, ਹਲੇ ਇਹ 'ਚ ਲਿਖਿਆ ਹੈ ਉਨੀ ਦੇਰ ਤੱਕ ਇਹ ਇੰਟਰਿਮ ਆਰਡਰ ਲਾਗੂ ਰਹੂਗਾ ਬਿਨਾਂ ਕਿਸੇ ਕੰਡੀਸ਼ਨ ਤੋਂ। ਯਾਨੀ ਸਪਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਇਨ ਆਰਡਰਾਂ ਦੇ ਬਿਹਾਫ ਤੇ ਕਿ ਅਗਰ ਕਿਸੇ ਦੇ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈ ਤੇ ਉਸ ਬੱਚੇ ਦਾ ਨਾਂ ਜਿਹੜਾ ਸਕੂਲ ਨਹੀਂ ਕੱਟ ਸਕਦਾ, ਉਸ ਨੂੰ ਅਗਲੀ ਕਕਸ਼ਾ ਦੇ ਵਿੱਚ ਜਾਣ ਤੋਂ ਸਕੂਲ ਨਹੀਂ ਰੋਕ ਸਕਦਾ ਅਗਰ ਉਹ ਬੱਚਾ ਪ੍ਰੀਖਿਆਵਾਂ ਪਾਸ ਕਰਦਾ ਹੋਇਆ ਨਜ਼ਰ ਆਏਗਾ। ਯਾਨੀ ਸੁਪਰੀਮ ਕੋਰਟ ਮੰਨਦਾ ਹੋਇਆ ਨਜ਼ਰ ਆਇਆ ਕਿ ਫਾਈਨੈਂਸ਼ੀਅਲ ਕੰਡੀਸ਼ਨ ਦੀ ਵਜ੍ਹਾ ਨਾਲ, ਸਕੂਲ ਫੀਸ ਦੀ ਵਜ੍ਹਾ ਨਾਲ ਔਰ ਇਸ ਕੋਵਿਡ-19 ਦੀ ਵਜ੍ਹਾ ਨਾਲ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਕਿਸੇ ਢੰਗ ਨਾਲ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਨਾ ਆਏ। ਹਾਲਾਂਕਿ ਫਾਈਨਲ ਆਰਡਰ ਜਦੋਂ ਆਉਣਗੇ ਉਸ ਦੀ ਵੀ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਾਂਗੇ। ਤੁਸੀਂ ਵੇਖਦੇ ਰਹੋ ਡੇਲੀ ਪੋਸਟ ਪੰਜਾਬੀ। ਮੈਨੂੰ ਔਰ ਮੇਰੇ ਕੈਮਰਾਮੈਨ ਆਨੰਦ ਨੂੰ ਫਿਲਹਾਲ ਦਿਓ ਇਜਾਜ਼ਤ।